ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਦੇ ਵਿੱਚ। ਅੱਜ ਅਸੀਂ ਸਿਵਿਕਸ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਕਰਨ ਜਾ ਰਹੇ ਹਾਂ, ਜਿਹੜਾ ਕਿ ਰਾਜਨੀਤਿਕ ਪਾਰਟੀਆਂ ਦੇ ਨਾਲ ਸੰਬੰਧਿਤ ਹੈਗਾ। ਇਸ ਦੇ ਵਿੱਚ ਆਪਾਂ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੀ ਗੱਲ ਕਰਾਂਗੇ। ਤਾਂ ਵੀਡੀਓ ਸਟਾਰਟ ਕਰ ਦਿਆਂਗੇ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਰਾਜਨੀਤਿਕ ਦਲ ਹੁੰਦੇ ਕੀ ਨੇਗੇ। ਰਾਜਨੀਤਿਕ ਦਲ ਹੁੰਦੇ ਨੇ ਕਿ ਜਦੋਂ ਸਾਂਝੇ ਹਿੱਤਾਂ ਵਾਲੇ ਵਿਅਕਤੀ ਆਪਸ ਵਿੱਚ ਮਿਲ ਕੇ ਇੱਕ ਸਮੂਹ ਦਾ ਨਿਰਮਾਣ ਕਰਦੇ ਨੇਗੇ, ਅਤੇ ਉਸ ਤੋਂ ਬਾਅਦ ਉਹ ਆਪਣੇ ਉਮੀਦਵਾਰ ਨੇ ਜਿਹੜੇ ਰਾਜਨੀਤੀ ਸ਼ਕਤੀ ਪ੍ਰਾਪਤ ਕਰਨ ਲਈ ਵੋਟਾਂ ਦੇ ਵਿੱਚ ਖੜੇ ਕਰਦੇ ਨੇ। ਤਾਂ ਉਸ ਤਰ੍ਹਾਂ ਦੇ ਜਿਹੜੇ ਦਲ ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਰਾਜਨੀਤਿਕ ਦਲ। ਇਹਨਾਂ ਰਾਜਨੀਤਿਕ ਦਲਾਂ ਨੂੰ ਜਿਹੜਾ ਮਾਨਤਾ ਪ੍ਰਾਪਤ ਤੇ ਰਜਿਸਟਰਡ ਕਰਨ ਦਾ ਕੰਮ ਹੈਗਾ ਉਹ ਚੋਣ ਆਯੋਗ ਦੁਆਰਾ ਕੀਤਾ ਜਾਂਦਾ ਗਾ। ਜੇਕਰ ਆਪਾਂ ਭਾਰਤ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੇ ਜਿਹੜੇ ਰਾਜਨੀਤਿਕ ਦਲ ਨੇਗੇ ਉਹ ਮੌਜੂਦ ਨੇਗੇ। ਜਿਹੜੇ ਚੋਣ ਆਯੋਗ ਕੋਲ ਜਿਹੜੇ ਰਜਿਸਟਰਡ ਦਲ ਨੇਗੇ ਉਹਨਾਂ ਦੀ ਸੰਖਿਆ ਹੈਗੀ 2599। ਇਹ ਵਰਤਮਾਨ ਸਮੇਂ ਦੇ ਜਿਹੜੇ ਅੰਕੜੇ ਨੇਗੇ ਉਹ ਮੈਂ ਤੁਹਾਨੂੰ ਦੱਸ ਰਿਹਾ ਗਾ। ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਉਹਨਾਂ ਦੀ ਸੰਖਿਆ ਹੈਗੀ 8। ਚੋਣ ਆਯੋਗ ਦੁਆਰਾ 8 ਪਾਰਟੀਆਂ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਦਿੱਤਾ ਗਿਆ ਗਾ। ਜੇਕਰ ਗੱਲ ਕਰੀਏ ਖੇਤਰੀ ਪਾਰਟੀਆਂ ਤਾਂ ਉਹਨਾਂ ਦੀ ਸੰਖਿਆ ਹੈਗੀ 53, ਤੇ ਗੈਰ ਮਾਨਤਾ ਪ੍ਰਾਪਤ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਦੀ ਸੰਖਿਆ ਹੈਗੀ 2538। ਗੈਰ ਮਾਨਤਾ ਪ੍ਰਾਪਤ ਦਲ ਉਹ ਹੁੰਦੇ ਨੇਗੇ ਜਿਨ੍ਹਾਂ ਨੂੰ ਰਾਸ਼ਟਰੀ ਜਾਂ ਖੇਤਰੀ ਦਲ ਦੇ ਵਿੱਚ ਹਜੇ ਤੱਕ ਸ਼ਾਮਲ ਨਹੀਂ ਕੀਤਾ ਗਿਆ। ਜਿਹੜੇ ਚੋਣ ਆਯੋਗ ਕੋਲ ਰਜਿਸਟਰਡ ਤਾਂ ਹੈਗੇ ਨੇਗੇ ਪਰ ਉਹਨਾਂ ਨੂੰ ਹਜੇ ਤੱਕ ਮਾਨਤਾ ਪ੍ਰਾਪਤ ਨਹੀਂ ਹੋਈ। ਭਾਰਤ ਦੇ ਵਿੱਚ ਜਿਹੜੀ ਬਹੁਦਲੀ ਪ੍ਰਣਾਲੀ ਹੈ ਜਿਹੜੀ ਉਹ ਪ੍ਰਚਲਿਤ ਹੈਗੀ, ਜਾਣੀ ਬਹੁਤ ਸਾਰੀਆਂ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਉਹ ਮੌਜੂਦ ਨੇਗੀਆਂ। ਅੱਗੇ ਆਪਾਂ ਦੇਖਦੇ ਹਾਂ ਰਾਜਨੀਤਿਕ ਦਲਾਂ ਨੂੰ ਰਾਸ਼ਟਰੀ ਪਾਰਟੀ ਜਾਂ ਖੇਤਰੀ ਦਲ ਬਣਨ ਲਈ ਕਿਹੜੀਆਂ ਜਿਹੜੀਆਂ ਸ਼ਰਤਾਂ ਨੇਗੀਆਂ ਉਹ ਪੂਰੀਆਂ ਕਰਨੀਆਂ ਪੈਂਦੀਆਂ ਨੇ। ਨੈਸ਼ਨਲ ਪਾਰਟੀ ਮਾਪਦੰਡ, ਜਾਣੀ ਕਿ ਨੈਸ਼ਨਲ ਪਾਰਟੀ ਬਣਨ ਲਈ ਕੀ ਮਾਪਦੰਡ ਜਾਂ ਸ਼ਰਤਾਂ ਨੇਗੀਆਂ। ਪਹਿਲੀ ਸ਼ਰਤ ਹੈਗੀ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ, ਆਮ ਚੋਣਾਂ ਮਤਲਬ ਜਿਹੜੀਆਂ 5 ਸਾਲ ਬਾਅਦ ਹੁੰਦੀਆਂ ਨੇਗੀਆਂ, ਵਿੱਚ ਘੱਟੋ ਘੱਟ 4 ਜਾਂ ਜ਼ਿਆਦਾ ਰਾਜਾਂ 'ਚ ਉਚਿਤ ਵੋਟਾਂ ਦਾ 6% ਹਿੱਸਾ ਪ੍ਰਾਪਤ ਕਰੇ ਅਤੇ ਨਾਲ ਹੀ ਕਿਸੇ ਰਾਜ ਜਾਂ ਰਾਜਾਂ ਵਿੱਚ ਲੋਕ ਸਭਾ ਦੀਆਂ 4 ਸੀਟਾਂ ਪ੍ਰਾਪਤ ਕਰੇ। ਕੀ ਕਿਹਾ ਗਿਆ ਇਹਦੇ ਵਿੱਚ ਵੀ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਆਮ ਚੋਣਾਂ ਜਿਹੜੀਆਂ 5 ਸਾਲ ਬਾਅਦ ਹੁੰਦੀਆਂ ਨੇ, 4 ਰਾਜਾਂ ਦੇ ਵਿੱਚੋਂ ਉਚਿਤ ਵੋਟ ਜਾਣੀ ਸਹੀ ਵੋਟ ਜਿਹੜੇ ਵੈਲਿਡ ਵੋਟ ਨੇ ਉਹਨਾਂ ਦਾ 6% ਹਿੱਸਾ ਪ੍ਰਾਪਤ ਕਰੇ। ਨਾਲ ਹੀ ਉਸਨੇ ਲੋਕ ਸਭਾ ਦੀਆਂ 4 ਸੀਟਾਂ ਪ੍ਰਾਪਤ ਕਰਨੀਆਂ ਨੇ। ਉਹ ਇੱਕ ਰਾਜ ਦੇ ਵਿੱਚ ਵੀ ਹੋ ਸਕਦੀਆਂ ਨੇ ਤੇ ਇੱਕ ਤੋਂ ਜ਼ਿਆਦਾ ਰਾਜਾਂ ਦੇ ਵਿੱਚ ਪ੍ਰਾਪਤ ਕੀਤੀਆਂ ਵੀ ਹੋ ਸਕਦੀਆਂ ਨੇ। ਜੇਕਰ ਕੋਈ ਰਾਜਨੀਤਿਕ ਦਲ ਇਹ ਸ਼ਰਤ ਜਿਹੜੀ ਪੂਰੀ ਨਹੀਂ ਕਰਦਾ ਤਾਂ ਉਸ ਦੇ ਲਈ ਦੂਜੀ ਸ਼ਰਤ ਹੈ ਜਿਹੜੀ ਨੈਸ਼ਨਲ ਪਾਰਟੀ ਬਣਨ ਲਈ, ਜੇਕਰ ਕੋਈ ਪਾਰਟੀ ਲੋਕ ਸਭਾ ਵਿੱਚ 2% ਸੀਟਾਂ ਜਿੱਤੇ ਅਤੇ ਉਹ ਪਾਰਟੀ ਦੇ ਮੈਂਬਰ 3 ਵੱਖ-ਵੱਖ ਰਾਜਾਂ ਵਿੱਚੋਂ ਚੁਣੇ ਜਾਣ। ਜੇਕਰ ਆਪਾਂ ਮੰਨ ਲਈਏ ਜੀ ਜਿਹੜੀ ਲੋਕ ਸਭਾ ਦੀਆਂ ਸੀਟਾਂ ਨੇ ਉਹ 550 ਨੇਗੀਆਂ, ਮੈਕਸੀਮਮ ਨੇ ਜਿਹੜੀਆਂ 552 ਨੇਗੀਆਂ, ਜਿਹਦੇ ਵਿੱਚੋਂ 2 ਸੀਟਾਂ ਨੇ ਜਿਹੜੀਆਂ ਉਹ ਰਾਸ਼ਟਰਪਤੀ ਦੁਆਰਾ ਨਾਮਜ਼ਦ ਕਰਦਾ ਗਾ, ਅਤੇ 550 ਦਾ ਜੇ ਆਪਾਂ 2% ਕੱਢੀਏ ਤਾਂ ਉਹ 11 ਕੁ ਸੀਟਾਂ ਬਣਦੀਆਂ ਨੇ। ਜਾਣੀ ਕਿ 11 ਸੀਟਾਂ ਨੇ ਉਹ 3 ਵੱਖ-ਵੱਖ ਰਾਜਾਂ ਦੇ ਵਿੱਚੋਂ ਹਾਸਲ ਕੀਤੀਆਂ ਹੋਣੀਆਂ ਚਾਹੀਦੀਆਂ ਨੇ। ਅੱਗੇ ਜੇਕਰ ਕੋਈ ਪਾਰਟੀ ਘੱਟੋ ਘੱਟ 4 ਰਾਜਾਂ ਵਿੱਚ ਖੇਤਰੀ ਪਾਰਟੀ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੋਵੇ ਤਾਂ ਵੀ ਉਸ ਨੂੰ ਨੈਸ਼ਨਲ ਪਾਰਟੀ ਦਾ ਜਿਹੜਾ ਦਰਜਾ ਉਹ ਦਿੱਤਾ ਜਾ ਸਕਦਾ ਗਾ। ਅੱਗੇ ਗੱਲ ਕਰਦੇ ਹਾਂ ਆਪਾਂ ਖੇਤਰੀ ਪਾਰਟੀ ਦੇ ਮਾਪਦੰਡ ਦੀ, ਸ਼ਰਤਾਂ ਦੀ। ਜੇਕਰ ਕੋਈ ਪਾਰਟੀ ਰਾਜ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਉਚਿਤ ਵੋਟਾਂ ਦਾ 6% ਹਿੱਸਾ ਹਾਸਲ ਕਰਨ ਦੇ ਨਾਲ ਵਿਧਾਨ ਸਭਾ ਦੀਆਂ 2 ਸੀਟਾਂ ਜਿਹੜੀਆਂ ਜਿੱਤੇ ਤਾਂ ਉਹਨੂੰ ਖੇਤਰੀ ਪਾਰਟੀ ਦਾ ਦਰਜਾ ਦਿੱਤਾ ਜਾ ਸਕਦਾ ਗਾ। ਪੰਜਾਬ ਦੇ ਵਿੱਚੋਂ ਵਿਧਾਨ ਸਭਾ ਦੀਆਂ 117 ਸੀਟਾਂ ਨੇ। ਜੇਕਰ ਕੋਈ ਪਾਰਟੀ 2 ਸੀਟਾਂ ਹਾਸਲ ਕਰਦੀ ਹੈ, ਇਹਦੇ ਵਿੱਚੋਂ 117 ਦੇ ਵਿੱਚੋਂ 2 ਸੀਟਾਂ ਹਾਸਲ ਕਰਦੀ ਆ, ਤੇ ਜਿਹੜੀਆਂ 2 ਸੀਟਾਂ ਨੇ ਉਹ ਉਚਿਤ ਵੋਟਾਂ ਦਾ ਜਾਣੀ ਸਹੀ ਵੋਟਾਂ ਦਾ 6% ਹੋਣੀਆਂ ਚਾਹੀਦੀਆਂ ਨੇ। ਅੱਗੇ ਜਾਂ ਦੇ ਵਿੱਚ ਸ਼ਰਤ ਆ ਗਈ ਜੇਕਰ ਕੋਈ ਪਾਰਟੀ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਉਚਿਤ ਵੋਟਾਂ ਦਾ 6% ਹਿੱਸਾ ਹਾਸਲ ਕਰਨ ਦੇ ਨਾਲ ਸੰਬੰਧਿਤ ਰਾਜ, ਜਾਣੀ ਕਿ ਜਿਸ ਰਾਜ ਦੀ ਉਹ ਹੈਗੀ ਉਸ ਦੇ ਵਿੱਚ ਲੋਕ ਸਭਾ ਦੀ 1 ਸੀਟ ਵੀ ਪ੍ਰਾਪਤ ਕਰ ਲੈਂਦੀ ਆ ਤਾਂ ਵੀ ਉਹਨੂੰ ਖੇਤਰੀ ਪਾਰਟੀ ਦਾ ਦਰਜਾ ਦਿੱਤਾ ਜਾ ਸਕਦਾ ਗਾ। ਅੱਗੇ ਗੱਲ ਆਪਾਂ ਨੈਸ਼ਨਲ ਪਾਰਟੀਆਂ ਦੀ। ਜਿਹੜੀ ਨੈਸ਼ਨਲ ਪਾਰਟੀਆਂ ਦੀ ਸੰਖਿਆ ਉਹ ਹੈਗੀ 8। ਪਹਿਲੀ ਆਪਣੇ ਕੋਲ ਪਾਰਟੀ ਹੈਗੀ ਇੰਡੀਅਨ ਨੈਸ਼ਨਲ ਕਾਂਗਰਸ, ਜਾਣੀ ਕਿ INC।
ਇਸ ਦੀ ਜਿਹੜੀ ਸਥਾਪਨਾ ਸੀ ਉਹ ਕੀਤੀ ਸੀ 1885 ਈਸਵੀ ਦੇ ਵਿੱਚ ਇੱਕ ਅੰਗਰੇਜ਼ ਅਧਿਕਾਰੀ ਨੇ A.U. ਹਿਊਮ ਨੇ ਦੁਆਰਾ। ਇਸ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਹੈਗਾ ਹੱਥ ਪੰਜਾ। ਦੂਜੀ ਆਪਣੀ ਪਾਰਟੀ ਹੈਗੀ ਕਮਿਊਨਿਸਟ ਪਾਰਟੀ ਆਫ ਇੰਡੀਆ, ਜਾਣੀ ਕਿ CPI। ਇਹਦਾ ਸ਼ਾਰਟ ਨੇਮ ਆ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ, ਇਹ ਧਿਆਨ ਦੇ ਵਿੱਚ ਰੱਖਣਾ ਗਾ। ਇਸ ਦਾ ਜਿਹੜਾ ਸਥਾਪਨਾ ਸਾਲ ਹੈਗਾ ਉਹ ਹੈਗਾ 1925 ਈਸਵੀ ਦੇ ਵਿੱਚ। ਇਹਦਾ ਜਿਹੜਾ ਚੋਣ ਨਿਸ਼ਾਨ ਆ ਉਹ ਹੈਗਾ ਦਾਤੀ ਤੇ ਬੱਲੀ। ਅਗਲੀ ਆਪਣੇ ਕੋਲ ਪਾਰਟੀ ਹੈਗੀ ਆ ਕਮਿਊਨਿਸਟ ਪਾਰਟੀ ਆਫ ਇੰਡੀਆ। ਇਹ ਜਿਹੜੀ ਮਾਰਕਸ ਸ਼ਬਦ ਆ ਇਹਦੇ ਨਾਲ ਜੋੜਿਆ ਗਿਆ ਗਾ। ਇਹ ਪਾਰਟੀ ਆ ਜਿਹੜੀ ਇਸ ਪਾਰਟੀ ਦੇ ਵਿੱਚੋਂ ਹੀ ਨਿਕਲੀ ਆ। ਇਸ ਦਾ ਜਿਹੜਾ ਸ਼ਾਰਟ ਨੇਮ ਆ ਉਹ SPIM ਆਗਾ। ਇਸ ਦੀ ਜਿਹੜੀ ਸਥਾਪਨਾ ਦਾ ਸਾਲ ਹੈਗਾ ਉਹ ਹੈਗਾ 1964 ਦੇ ਵਿੱਚ। ਇਹਦਾ ਜਿਹੜਾ ਚੋਣ ਨਿਸ਼ਾਨ ਆ ਉਹ ਹੈਗਾ ਦਾਤੀ, ਹਥੌੜਾ ਤੇ ਤਾਰਾ। ਅਗਲੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਜਾਣੀ ਕਿ BJP। ਇਸ ਦੀ ਜਿਹੜੀ ਸਥਾਪਨਾ ਦਾ ਸਾਲ ਹੈਗਾ 1980 ਈਸਵੀ ਦੇ ਵਿੱਚ। ਭਾਰਤੀ ਜਨਤਾ ਪਾਰਟੀ ਹੈ ਜਿਹੜੀ ਭਾਰਤੀ ਜਨ ਸੰਘ ਦੇ ਵਿੱਚੋਂ ਨਿਕਲੀ ਹੈਗੀ। ਇਸ ਦੀ ਜਿਹੜੀ ਸਥਾਪਨਾ ਕੀਤੀ ਸੀ ਉਹ ਕੀਤੀ ਸੀ ਅਟਲ ਬਿਹਾਰੀ ਵਾਜਪਾਈ ਨੇ। ਇਸ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਹੈਗਾ ਕਮਲ ਦਾ ਫੁੱਲ। ਅੱਗੇ ਹੈ ਬਹੁਜਨ ਸਮਾਜ ਪਾਰਟੀ, ਜਾਣੀ ਕਿ BSP। ਇਸ ਦੀ ਜਿਹੜਾ ਸਥਾਪਨਾ ਦਾ ਸਾਲ ਹੈਗਾ ਉਹ ਹੈਗਾ 1984 ਈਸਵੀ ਦੇ ਵਿੱਚ। ਇਹਦੀ ਜਿਹੜੀ ਸਥਾਪਨਾ ਕੀਤੀ ਸੀ ਉਹ ਕੀਤੀ ਸੀ ਕਾਂਸੀ ਰਾਮ ਨੇ। ਇਸ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਹੈਗਾ ਹੰਤੀ। ਅਗਲੀ ਪਾਰਟੀ ਹੈਗੀ ਆ ਆਲ ਇੰਡੀਆ ਤ੍ਰਿਣਮੂਲ ਕਾਂਗਰਸ, ਜਾਣੀ ਕਿ TMC। ਇਸ ਦੀ ਜਿਹੜੀ ਸਥਾਪਨਾ ਦਾ ਸਾਲ ਹੈਗਾ ਉਹ ਹੈਗਾ 1998 ਦੇ ਵਿੱਚ। ਇਸ ਦਾ ਜਿਹੜਾ ਚੋਣ ਨਿਸ਼ਾਨ ਹੈਗਾ ਉਹ ਹੈਗਾ ਜੋਰਾ ਘਾਹ ਦਾ ਫੁੱਲ। ਅਗਲੀ ਨੈਸ਼ਨਲ ਪਾਰਟੀ ਹੈਗੀ ਆ ਨੈਸ਼ਨਲਿਸਟ ਕਾਂਗਰਸ ਪਾਰਟੀ, ਜਾਣੀ ਕਿ NCP। ਇਸ ਦਾ ਜਿਹੜਾ ਸਥਾਪਨਾ ਸਾਲ ਹੈਗਾ ਉਹ ਹੈਗਾ 1999 ਦੇ ਵਿੱਚ। ਇਹਦਾ ਜਿਹੜਾ ਚੋਣ ਨਿਸ਼ਾਨ ਆ ਉਹ ਘੜੀ ਹੈਗਾ। ਲਾਸਟ ਆਪਣੀ ਨੈਸ਼ਨਲ ਪਾਰਟੀ ਹੈਗੀ ਆ ਨੈਸ਼ਨਲ ਪੀਪਲਜ਼ ਪਾਰਟੀ, ਜਾਣੀ NPP। ਇਸ ਦੀ ਜਿਹੜੀ ਸਥਾਪਨਾ ਦਾ ਸਾਲ ਹੈਗਾ ਉਹ ਹੈਗਾ 2013। ਇਸ ਦਾ ਜਿਹੜਾ ਚੋਣ ਨਿਸ਼ਾਨ ਹੈਗਾ ਉਹ ਹੈਗਾ ਕਿਤਾਬ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਸੀ ਨੈਸ਼ਨਲ ਪਾਰਟੀਆਂ ਜਿਸ ਦੇ ਵਿੱਚ ਤੁਹਾਨੂੰ ਸ਼ਾਰਟ ਨੇਮ ਜਾਂ ਉਹਨਾਂ ਦੇ ਸਥਾਪਨਾ ਈਅਰ ਪੁੱਛੇ ਜਾ ਸਕਦੇ ਨੇ ਜਾਂ ਚੋਣ ਨਿਸ਼ਾਨ ਵੀ ਪੁੱਛੇ ਜਾ ਸਕਦੇ ਨੇ। ਲਾਸਟ ਦੇ ਵਿੱਚ ਤੁਹਾਨੂੰ ਮੈਂ ਉਹ ਕੁਐਸਚਨ ਵੀ ਕਰਵਾ ਦੂੰਗਾ ਜਿਹੜੇ ਕਿ ਪ੍ਰੀਵੀਅਸ ਈਅਰ ਦੇ ਵਿੱਚ ਪੁੱਛੇ ਗਏ ਨੇਗੇ। ਅੱਗੇ ਗੱਲ ਕਰਦੇ ਹਾਂ ਮੁੱਖ ਖੇਤਰੀ ਪਾਰਟੀਆਂ ਦੀ। ਖੇਤਰੀ ਪਾਰਟੀਆਂ ਦੇ ਵਿੱਚੋਂ ਜਿਹੜੀ ਮਾਨਤਾ ਪ੍ਰਾਪਤ ਪਾਰਟੀਆਂ ਉਹਨਾਂ ਦੀ ਸੰਖਿਆ ਹੈਗੀ ਆ 53। ਇਸ ਦੇ ਵਿੱਚੋਂ ਮੈਂ ਕੁਝ ਪਾਰਟੀਆਂ ਨੇ ਜਿਹੜੀਆਂ ਸ਼ਾਰਟ ਲਿਸਟ ਕੀਤੀਆਂ ਨੇ, ਜਿਹੜੀਆਂ ਕਿ ਐਗਜ਼ਾਮ ਦੇ ਵਿੱਚ ਪੁੱਛੀਆਂ ਜਾ ਸਕਦੀਆਂ ਨੇ। ਪਹਿਲੀ ਆਪਣੀ ਮਹੱਤਵਪੂਰਨ ਪਾਰਟੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ, ਜਾਣੀ ਕਿ SAID, ਜਿਹੜੀ ਕਿ 1920 ਈਸਵੀ ਦੇ ਵਿੱਚ ਹੋਂਦ ਦੇ ਵਿੱਚ ਆਈ ਸੀ। ਇਸ ਪਾਰਟੀ ਦੇ ਹੋਂਦ ਵਿੱਚ ਆਉਣ ਦਾ ਉਦੇਸ਼ ਕੀ ਸੀਗਾ? ਗੁਰਦੁਆਰਿਆਂ ਦੇ ਪ੍ਰਬੰਧ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣਾ। ਜਿਹੜੇ ਮਹੰਤ ਸੀਗੇ ਉਹ ਗੁਰਦੁਆਰਿਆਂ ਦੀ ਮਰਿਆਦਾ ਨੂੰ ਭੰਗ ਕਰ ਰਹੇ ਸੀ, ਜਿਸ ਕਰਕੇ ਸਿੱਖਾਂ ਨੇ ਆਪਸ ਦੇ ਵਿੱਚ ਮਿਲ ਕੇ ਇੱਕ ਦਲ ਦਾ ਨਿਰਮਾਣ ਕੀਤਾ ਸੀ, ਜਿਸ ਦਲ ਨੇ ਕਈ ਮੋਰਚੇ ਚਲਾਏ। ਜਿਵੇਂ ਕਿ ਤੁਸੀਂ ਹਿਸਟਰੀ ਦੇ ਵਿੱਚ ਪੜ੍ਹਿਆ ਉਹ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਗੁਰਦੁਆਰਿਆਂ ਦੇ ਪ੍ਰਬੰਧ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ। ਇਹਨਾਂ ਮੋਰਚਿਆਂ ਦੇ ਸਿੱਟੇ ਵਜੋਂ ਜਿਹੜਾ ਗੁਰਦੁਆਰੇ ਦਾ ਪ੍ਰਬੰਧ ਸੀ ਉਹ ਚਲਾਉਣ ਦੀ ਜਿਹੜੀ ਇਜਾਜ਼ਤ ਸੀ ਉਹ ਸਿੱਖਾਂ ਨੂੰ ਦੇ ਦਿੱਤੀ ਤੇ ਇੱਕ ਕਮੇਟੀ ਦਾ ਨਿਰਮਾਣ ਕੀਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ। ਇਸ ਦਲ ਨੇ ਜਿਹੜਾ ਪਹਿਲੀ ਵਾਰੀ ਚੋਣਾਂ ਦੇ ਵਿੱਚ ਭਾਗ ਲਿਆ ਸੀ ਉਹ ਲਿਆ ਸੀ 1952 ਦੇ ਵਿੱਚ। ਇਸ ਦਾ ਜਿਹੜਾ ਚੋਣ ਨਿਸ਼ਾਨ ਉਹ ਤੱਕੜੀ ਆ। ਤੇ ਦੂਜੀ ਆਪਣੀ ਮਹੱਤਵਪੂਰਨ ਖੇਤਰੀ ਪਾਰਟੀ ਹੈਗੀ ਆ ਆਮ ਆਦਮੀ ਪਾਰਟੀ, ਜਾਣੀ ਕਿ ਆਪ। ਇਸ ਦੀ ਜਿਹੜੀ ਸਥਾਪਨਾ ਸੀ ਉਹ ਕੀਤੀ ਸੀ ਅਰਵਿੰਦ ਕੇਜਰੀਵਾਲ ਨੇ 12 ਈਸਵੀ ਦੇ ਵਿੱਚ ਦਿੱਲੀ ਦੇ ਵਿੱਚ। ਤੇ ਜਿਸ ਦਾ ਜਿਹੜਾ ਮੁੱਖ ਪ੍ਰਭਾਵ ਖੇਤਰ ਉਹ ਹੈਗਾ ਦਿੱਲੀ ਤੇ ਪੰਜਾਬ। ਦਿੱਲੀ ਦੇ ਵਿੱਚ ਇਹਨਾਂ ਦੀ ਮੌਜੂਦਾ ਸਰਕਾਰ ਹੈ ਇਸ ਸਮੇਂ। ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਸਮੇਂ ਵਿਰੋਧੀ ਦਲ ਦੀ ਜਿਹੜੀ ਭੂਮਿਕਾ ਉਹ ਨਿਭਾ ਰਹੇ ਨੇਗੇ। ਅਗਲੀ ਆਪਣੀ ਮਹੱਤਵਪੂਰਨ ਖੇਤਰੀ ਪਾਰਟੀ ਹੈਗੀ ਆ ਦ੍ਰਾਵਿੜ ਮਨੇਤਰ ਕਾਜ਼ਗਮ। ਜਿਹੜਾ ਦ੍ਰਾਵਿੜ ਸ਼ਬਦ ਆ ਉਹ ਇੱਕ ਜਾਤੀ ਦਾ ਪ੍ਰਤੀਕ ਆ ਤੇ ਜਿਹੜਾ ਮਨੇਤਰ ਸ਼ਬਦ ਆ ਉਹ ਤਮਿਲ ਭਾਸ਼ਾ ਦਾ ਸ਼ਬਦ ਆ ਜਿਸ ਦਾ ਅਰਥ ਹੈਗਾ ਪ੍ਰਗਤੀਸ਼ੀਲ। ਤੇ ਜਿਹੜਾ ਕਾਜ਼ਗਮ ਆ ਉਸ ਦਾ ਅਰਥ ਆ ਸੰਗਠਨ। ਇਸ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਉਹ 1949 ਈਸਵੀ ਦੇ ਵਿੱਚ ਕੀਤੀ ਸੀ CN ਅੰਨਾਦੁਰਾਈ ਨੇ। ਇਸ ਦਾ ਜਿਹੜਾ ਮੁੱਖ ਪ੍ਰਭਾਵ ਖੇਤਰ ਆ ਉਹ ਹੈਗਾ ਤਮਿਲਨਾਡੂ ਤੇ ਪਾਂਡੀਚੇਰੀ। ਇਸ ਪਾਰਟੀ ਦੇ ਵਿੱਚੋਂ 1972 ਦੇ ਵਿੱਚ ਫੁੱਟ ਪੈਣ ਕਾਰਨ ਇਸ ਦੇ ਵਿੱਚੋਂ ਦੋ ਪਾਰਟੀਆਂ ਬਣ ਗਈਆਂ ਸੀ। ਇੱਕ ਸੀ ਦ੍ਰਾਵਿੜ ਮਨੇਤਰ ਕਾਜ਼ਗਮ ਤੇ ਦੂਜੀ ਜਿਹੜੀ ਪਾਰਟੀ ਸੀ ਉਹ ਹੈਗੀ ਸੀ ਆਲ ਇੰਡੀਆ ਅੰਨਾ ਦ੍ਰਾਵਿੜ ਮਨੇਤਰ ਕਾਜ਼ਗਮ, ਜਿਹੜੀ 1972 ਦੇ ਵਿੱਚ ਬਣੀ ਸੀ। ਇਹ ਵੀ ਧਿਆਨ ਦੇ ਵਿੱਚ ਰੱਖਣਾ ਤੁਸੀਂ ਨੇ।
ਅਗਲੀ ਆਪਣੀ ਪਾਰਟੀ ਹੈਗੀ ਆ ਤੇਲਗੂ ਦੇਸ਼ਮ ਪਾਰਟੀ ਯਾਨੀ TDP। ਇਸ ਦੀ ਜਿਹੜੀ ਸਥਾਪਨਾ ਕੀਤੀ ਸੀ ਉਹ ਕੀਤੀ ਸੀ ਫਿਲਮੀ ਨੇਤਾ NT ਰਾਮਾ ਰਾਓ ਨੇ 1982 ਈਸਵੀ ਦੇ ਵਿੱਚ। ਇਸ ਦਾ ਜਿਹੜਾ ਮੁੱਖ ਪ੍ਰਭਾਵ ਖੇਤਰ ਸੀ ਉਹ ਹੈਗਾ ਸੀ ਆਂਧਰਾ ਪ੍ਰਦੇਸ਼। ਅਗਲੀ ਮਹੱਤਵਪੂਰਨ ਖੇਤਰੀ ਪਾਰਟੀ ਹੈਗੀ ਆ ਅਸਾਮ ਗਣ ਪਰਿਸ਼ਦ ਯਾਨੀ ਕਿ AGP। ਇਸ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਉਹ ਕੀਤੀ ਸੀ 1985 ਈਸਵੀ ਦੇ ਵਿੱਚ। ਇਸ ਪਾਰਟੀ ਦਾ ਜਿਹੜਾ ਉਦੇਸ਼ ਸੀਗਾ ਉਹ ਅਸਾਮ ਦੇ ਮੂਲ ਨਿਵਾਸੀਆਂ ਦੀ ਹਾਲਤ ਦੇ ਵਿੱਚ ਸੁਧਾਰ ਕਰਨਾ ਸੀਗਾ। ਬੰਗਲਾਦੇਸ਼ ਦੀ ਸੁਤੰਤਰਤਾ ਤੋਂ ਪਹਿਲਾਂ ਜਦੋਂ ਪਾਕਿਸਤਾਨੀ ਫੌਜ ਬੰਗਾਲੀਆਂ ਉੱਤੇ ਅਤਿਆਚਾਰ ਕਰ ਰਹੀ ਸੀ ਤਾਂ ਕੁਝ ਬੰਗਲਾਦੇਸ਼ੀ ਜਿਹੜੇ ਭਾਰਤ ਦੇ ਵਿੱਚ ਸ਼ਰਨ ਲਈ ਆਏ ਤੇ ਅਸਾਮ ਦੇ ਰਾਜ ਦੇ ਵਿੱਚ ਵੱਸ ਗਏ, ਜਿਸ ਦੇ ਕਾਰਨ ਕੀ ਹੋਇਆ, ਜਿਹੜੀ ਕਾਂਗਰਸ ਸਰਕਾਰ ਸੀ ਉਸਨੇ ਬੰਗਾਲੀਆਂ ਦੀ ਹਾਲਤ ਦੇ ਵਿੱਚ ਵਿਸ਼ੇਸ਼ ਧਿਆਨ ਦਿੱਤਾ, ਜਿਸ ਕਾਰਨ ਜਿਹੜੇ ਮੂਲ ਨਿਵਾਸੀ ਸੀ ਜਾਣੀ ਪਹਿਲਾਂ ਉੱਥੇ ਰਹਿੰਦੇ ਸੀ ਅਸਾਮ ਦੇ ਵਿੱਚ ਉਹਨਾਂ ਦੀ ਹਾਲਤ ਜਿਹੜੀ ਉਹ ਖਰਾਬ ਹੋ ਗਈ ਤੇ ਉਹਨਾਂ ਦੁਆਰਾ ਅਸਾਮ ਗਣ ਪਰਿਸ਼ਦ ਦੀ ਜਿਹੜੀ ਸਥਾਪਨਾ ਕੀਤੀ ਗਈ। ਅੱਗੇ ਆਪਾਂ ਦੇਖ ਲੈਂਦੇ ਹਾਂ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਪ੍ਰਸ਼ਨ ਨੇ ਇਸ ਟੌਪਿਕ ਦੇ ਵਿੱਚੋਂ ਪੁੱਛੇ ਗਏ ਨੇਗੇ। ਪਹਿਲਾ ਪ੍ਰਸ਼ਨ, DMK ਪਾਰਟੀ ਕਿਸ ਰਾਜ ਨਾਲ ਸੰਬੰਧਿਤ ਹੈ? ਮੈਂ ਤੁਹਾਨੂੰ ਦੱਸ ਕੇ ਹਟਿਆ ਹੁਣੀ ਕਿਹੜੇ ਰਾਜ ਨਾਲ ਸੰਬੰਧਿਤ ਆ ਉਹ, ਤਾਮਿਲਨਾਡੂ ਨਾਲ। ਭਾਰਤ ਵਿੱਚ ਕਿਹੜੀ ਪਾਰਟੀ ਪ੍ਰਣਾਲੀ ਪ੍ਰਚਲਿਤ ਹੈ? ਤਾਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਰਜਿਸਟਰਡ ਨੇਗੀਆਂ, ਜਿਸ ਕਰਕੇ ਇੱਥੇ ਬਹੁਦਲੀ ਪ੍ਰਣਾਲੀ ਜਿਹੜੀ ਪ੍ਰਚਲਿਤ ਆ ਗਈ। ਅੱਗੇ ਕਿਸ ਪਾਰਟੀ ਨੇ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕੀਤੀ ਸੀ? ਤਾਂ ਉਹ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ। ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਕਈ ਮੋਰਚੇ ਜਿਹੜੇ ਚਲਾਏ ਸੀਗੇ 1921 ਤੋਂ ਲੈ ਕੇ 1925 ਤੱਕ। ਅੱਗੇ ਪੰਜਾਬ ਵਿੱਚ ਕਿਹੜੀ ਪਾਰਟੀ ਨਹੀਂ ਹੈ? ਤਾਂ ਉਹ ਹੈਗੀ ਆ ਪੀਪਲਜ਼। ਇਹ ਪਾਰਟੀ ਸੀ ਜਿਹੜੀ ਬਣਾਈ ਗਈ ਸੀ ਪਰ ਇਸ ਦੇ ਕੋਈ ਵੀ ਕੈਂਡੀਡੇਟ ਆ ਜਿਹੜਾ ਪੰਜਾਬ ਦੇ ਵਿੱਚੋਂ ਜਿੱਤਿਆ ਨਹੀਂ ਸੀਗਾ। ਤੇ ਅਕਾਲੀ ਦਲ ਤੇ ਇਹਨਾਂ ਦਾ ਪਤਾ ਆਪਾਂ ਨੂੰ ਗੱਠਜੋੜ ਹੈਗਾ, ਜਿਹੜੇ ਬਹੁਜਨ ਸਮਾਜ ਵਾਲੇ ਨੇ ਉਹ ਵੀ ਆਪਣੇ ਉਮੀਦਵਾਰ ਨੇ ਜਿਹੜੇ ਪੰਜਾਬ ਦੇ ਵਿੱਚ ਖੜੇ ਕਰਦੇ ਨੇ। ਪੰਜਾਬ ਰਾਜਨੀਤੀ ਵਿੱਚ ਕਿਹੜੀ ਪਾਰਟੀ ਨਵੀਂ ਹੈ? ਤਾਂ ਉਹ ਹੈਗੀ ਆ ਆਮ ਆਦਮੀ ਪਾਰਟੀ। ਅੱਗੇ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਹਨ? ਤਾਂ ਉਹ ਸੀਟਾਂ ਨੇ 117। ਦਿੱਲੀ ਰਾਜ ਤੇ ਕਿਹੜੀ ਪਾਰਟੀ ਪ੍ਰਸ਼ਾਸਨ ਕਰ ਰਹੀ ਹੈ? ਤਾਂ ਉਹ ਕਰ ਰਹੀ ਆ ਆਮ ਆਦਮੀ ਪਾਰਟੀ ਯਾਨੀ ਕਿ ਆਪ। ਅਗਲਾ ਪ੍ਰਸ਼ਨ, CPI-M ਦੀ ਪੁੱਛਿਆ ਜਾਨੀ ਮਾਰਕਸ ਬਾਰੇ ਪੁੱਛਿਆ ਗਿਆ, ਤਾਂ ਉਹ ਕਿਦੋਂ ਹੋਂਦ ਦੇ ਵਿੱਚ ਆਈ ਸੀ? ਤਾਂ ਉਹ ਆਈ ਸੀ 1964 ਦੇ ਵਿੱਚ। ਪੰਜਾਬ ਵਿੱਚ ਕਿਸ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਹੈ? ਤਾਂ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ। ਇਹ ਸੀ ਸਿਵਿਕਸ ਦਾ ਮਹੱਤਵਪੂਰਨ ਟੌਪਿਕ। ਨੈਸ਼ਨਲ ਪਾਰਟੀਆਂ ਤੇ ਕੁਝ ਖੇਤਰੀ ਪਾਰਟੀਆਂ ਦੀ ਮੈਂ ਗੱਲ ਕੀਤੀ ਹੈ। ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਹੋਰ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਜੀ।